ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾ। ਤੇਰੋ ਸੋਨਾ ਤੇਰੋ ਪ੍ਰਭ ਕੋ ਰਹਾਉ। ਜੀ ਪ੍ਰਾਨ ਮਨ ਤਨ ਸਭ ਅਰਪੋ। ਨਿਰਪੇਖਾ ਪ੍ਰਭ ਕੋ ਨੀਰੋ। ਤੇਰਾ ਸੋਨਾ ਤੇਰਾ ਪ੍ਰਭ ਕੋ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जुगो जुगी अटल शब्द अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी पावन पवित्र हजूरी दे विच जुगमन बैठे गुरु रूप गुरु खालसा साध संगत जीओ। आओ बड़ी प्यार सत्कार दे नाल अमृत बाणी हर हर तेरी सुन सुन होवे परमगत मेरी। जगन बुझी शीतल कोई मनवा सतगुर का दर्शन पाए जीओ। सतगुरां दी पवित्र अमृत बाणी की कथा विचार व्याख्या सो सरसन करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। जैत सरी महला पंजवा। पातशाह शहीदां दे सरताज शांति के सोमे गुरबाणी की रचनाहार धन धन सतगुरु श्री गुरु अर्जन देव साहिब जी महाराज शोभावन उपदेश की कोशिश करते हैं। तीरो सोना तीरो प्रभ को
ਪਰਮੇਸ਼ਰ ਦੇ ਜਸ ਨੂੰ ਗੁਰਾਂ ਦੁਆਰਾ ਸ਼ਰਧਾ ਤੇ ਵਿਸ਼ਵਾਸ ਕਰਨਾ ਦੇ ਨਾਲ ਸਰਵਣ ਕਰੋ ਭਾਈ। ਸਾਡੇ ਮਨ ਨੂੰ ਸਰਵਣ ਕਰਕੇ ਹੀ ਧੀਰਜ ਧਾਰੀ ਹੈ। ਤੁਸੀਂ ਵੀ ਸੁਣੋ, ਤੁਹਾਡਾ ਮਨ ਵੀ ਧੀਰਜਤਾ ਦੇ ਸਹਿਤ ਹੋਵੇ। ਇਸੇ ਪ੍ਰਕਾਰ ਧੀਰਾ ਸੋਨਾ ਤੇਰਾ ਪ੍ਰਭ ਕਉ। ਸਾਡੀ ਬੇਨਤੀ ਧੀਰਜਵਾਨ ਪਰਮੇਸ਼ਰ ਦੇ ਜਸ ਨੂੰ ਸੁਣਦੀ ਹੈ ਤਾਂ ਸਾਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਰਹਾਉ ਦੇ ਕਰ ਫਰਮਾਨ ਕਰਦੇ ਹਨ। ਜੀ ਪ੍ਰਾਨ ਮਨ ਤਨ ਸਭ ਅਰਪੋ। ਸੰਤ ਜਨੋ, ਜਿਵੇਂ ਤੁਸੀਂ ਪਰਮੇਸ਼ਰ ਨੂੰ ਨਿਰਪੇਖਾ ਪ੍ਰਭ ਕੋ ਨੀਰੋ। ਜਿਹੜੇ ਵੇਖਦੇ ਹੋ ਉਸੇ ਤਰ੍ਹਾਂ ਅਸੀਂ ਵੀ ਪਰਮੇਸ਼ਰ ਨੂੰ ਨਜ਼ਦੀਕ ਵੇਖ ਲਈਏ। ਇਸੇ ਪ੍ਰਕਾਰ ਇਹ ਸੰਤ ਜਨੋ ਐਸੀ ਕਿਰਪਾ ਕਰੋ ਕਿ ਨਿਰਣਾ ਕਰਕੇ ਪ੍ਰਭੂ ਨੂੰ ਅਤਿਅੰਤ ਨੇੜੇ ਵੇਖੇ। ਅਸੀਂ ਆਪਣਾ ਜੀਅ ਜਿੰਦੜਾ ਜ਼ਿੰਦਗੀ ਅਤੇ ਮਨ ਚਿੱਤ ਦੇ ਸੰਕਲਪ ਤੇ ਸਰੀਰ ਆਦਿਕ ਸਾਰੇ ਸੇਵਾ ਦੇ ਵਿੱਚ ਅਰਪਣ ਕਰ ਦਈਏ। ਬੇਸ਼ੁਮਾਰ ਬੇਅੰਤ ਬੜ ਦਾਤਾ। ਪਰਮੇਸ਼ਰ ਗਿਣਤੀ ਤੋਂ ਰਹਿਤ, ਅੰਤ ਤੋਂ ਰਹਿਤ, ਜਿਸ ਵਿੱਚ ਬੇਅੰਤ ਦਵੈਤ ਦਾ ਅੰਤ ਹੋ ਜਾਂਦਾ ਹੈ ਅਤੇ ਬੜ ਦਾਤਾ ਵੱਡਾ ਦਾਤਾ ਹੈ। ਵੱਡਾ ਦਾਤਾ ਤਿਲ ਨਾ ਤਮਾਏ। ਮਨ ਹੈ ਗਹੀਰੋ ਪੇਖ ਪ੍ਰਭ ਕੋ। ਪਰਮੇਸ਼ਰ ਨੂੰ ਵੇਖ ਕੇ ਮਨ ਦੇ ਵਿੱਚ ਆਪਣੀ ਗੰਭੀਰਤਾ ਧਾਰੀ ਹੈ। ਭਾਵ ਮਨ ਅਸਥਿਤ ਕੀਤਾ ਹੈ ਜਾਂ ਪਰਮੇਸ਼ਰ ਨੂੰ ਮਨ ਦੇ ਵਿੱਚੋਂ ਹੀ ਵੇਖ ਕੇ ਗ੍ਰਹਿਣ ਕੀਤਾ ਹੈ ਜਾਂ ਉਸ ਦੇ ਗੁਣਾਂ ਦੇ ਖਜ਼ਾਨੇ ਜਾਂ ਨਿਰਹਾਲ ਸਰੂਪ ਪਰਮੇਸ਼ਰ ਨੂੰ ਮਨ ਵਿੱਚੋਂ ਵੇਖ ਕੇ ਨਿਹਾਲ ਹੋ ਗਏ ਹਾਂ। ਉਸ ਸਮੁੰਦਰ ਦੀ ਤਰ੍ਹਾਂ ਪਰਮੇਸ਼ਰ ਨੂੰ ਮਨ ਦੇ ਵਿੱਚੋਂ ਹੀ ਡੂੰਘੇ ਭਾਵ ਅਤਿਅੰਤ ਨਰਮ ਸੁਭਾਅ ਵਾਲੇ ਹੋ ਕੇ ਸਭਨਾਂ ਦੇ ਚਰਨਾਂ ਦੀ ਧੂੜੀ ਬਣ ਗਏ ਹਾਂ। ਜੋ ਚਾਹੋ ਸੋਈ ਸੋਈ ਪਾਵੋ। ਜਦੋਂ ਇਕਾਗਰਚਿਤ ਹੋ ਕੇ ਨਾਮ ਜਪਿਆ ਤਾਂ ਉਹੀ ਪਦਾਰਥ ਉਸ ਪਰਮੇਸ਼ਰ ਤੋਂ ਮੋਹਰਾ ਕੀਤੇ। ਆਸਾ ਸਾ ਪੂਰਾ ਜਪ ਪ੍ਰਭ ਕੋ। ਜੋ ਦੀਰਘ ਕਾਲ ਤੋਂ ਮਨਸਾ ਬੁੱਧੀ ਦੇ ਅੰਦਰ ਪ੍ਰਾਪਤੀ ਦੀ ਇੱਛਾ ਲੱਗੀ ਸੀ, ਉਹ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਪੂਰਨ ਕਰ ਲਈ ਹੈ। ਜਾਂ ਜੋ ਬੁੱਧੀ ਦੇ ਅੰਦਰ ਆਸਾ ਸਨ, ਉਹ ਸਾਰੀਆਂ ਵਾਹਿਗੁਰੂ ਜਾਪ ਕਰਕੇ ਪੂਰੀਆਂ ਕਰ ਲਈਆਂ ਹਨ। ਗੁਰ ਪ੍ਰਸਾਦ ਨਾਨਕ ਮਨ ਵਸਿਆ। ਗੁਰੂ ਜੀ ਮਹਾਰਾਜ ਬਚਨ ਕਰਦੇ ਨੇ ਕਿ ਉਹ ਪਰਮੇਸ਼ਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਅਸਥਿਤ ਹੋਇਆ ਹੈ। ਦੁਖ ਨਾ ਕਬਹੂ ਚੂਰੋ ਬੋਝ ਪ੍ਰਭ ਕੋ। ਅਸੀਂ ਗੁਰਾਂ ਦੁਆਰਾ ਉਸ ਪਰਮੇਸ਼ਰ ਨੂੰ ਸਮਝਣੇ ਕਰਕੇ ਕਦੇ ਵੀ ਜਮਨ ਦੇ ਦੁੱਖ ਦੇ ਵਿੱਚ ਨਹੀਂ ਝੂੜਾਂਗੇ ਜਾਂ ਕਦੇ ਵੀ ਪਦਾਰਥਾਂ ਦੇ ਵਿਚਰਨੇ ਕਰਕੇ ਝੂੜਾ ਨਹੀਂ ਹੋਵੇਗਾ। ਜੈਤ ਸਾਰੀ ਮਹੱਲਾ ਪੰਜਵਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੈਸਰੀ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰਕੇ ਜਿਨ੍ਹਾਂ ਸੱਜਣਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਉਹਨਾਂ ਦੀ ਅਵਸਥਾ
ਸਤਿਗੁਰੂ ਜੀ ਬਿਆਨ ਕਰ ਰਹੇ ਹਨ। ਲੋੜੀਂਦੜਾ ਸਾਜਨ ਮੇਰਾ, ਇਹ ਭਾਈ ਜੋ ਸਾਡਾ ਪਿਆਰਾ ਸੱਜਣ ਪਰਮੇਸ਼ਰ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੈ, ਉਹਨੂੰ ਸਾਰੇ ਮਨਬੁੱਧ ਨੇਤਰਾਂ ਦੇ ਨਾਲ ਵੇਖਣਾ ਚਾਹੁੰਦੇ ਹਨ। ਚਾਹੁੰਦੇ ਸਾਡੀ ਨੇ ਦਰਸ਼ਨ ਕੋ ਲੁਚੈ ਸਭ ਕੋਈ, ਦਰਸ਼ਨਾਂ ਨੂੰ ਚਾਹੁੰਦੇ ਸਾਡੀ ਹਨ, ਪਰ ਪੂਰੇ ਭਾਗ ਪ੍ਰਾਪਤ ਹੋਈ। ਪੂਰੀਆਂ ਭਾਗਾਂ ਵਾਲਿਆਂ ਨੂੰ ਮਹਾਰਾਜ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਇਸ ਕਰਕੇ ਘਰ ਘਰ ਮੰਗਲ ਗਾਵਹੁ ਨੀਕੇ, ਤੁਸੀਂ ਵੀ ਹਿਰਦਿਆਂ ਦੇ ਅੰਦਰ ਜਾਂ ਸਿੱਖ ਸੰਗਤ ਰੂਪ ਘਰਾਂ ਦੇ ਵਿੱਚ ਸੁੰਦਰ ਪਰਮੇਸ਼ਰ ਦੇ ਮੰਗਲ ਜਸ ਨੂੰ ਚੰਗੀ ਤਰ੍ਹਾਂ ਗਾਉਣਾ ਕਰੋ, ਕਿਉਂਕਿ ਘਟ ਘਟ ਤਸੈ ਬਸੇਰਾ। ਉਸ ਪਰਮੇਸ਼ਰ ਦਾ ਚਾਰ ਕਾਨੀਆਂ ਦੇ ਘਟਾ ਘਟਾਂ ਵਿੱਚ ਜਾਂ ਘਟ ਇੱਕ ਰਸ ਘਟਾ ਘਟਾਂ ਦੇ ਵਿੱਚ ਨਿਵਾਸ ਹੈ। ਘਟ ਘਟ ਵਾਸੀ ਸਰਬ ਨਿਵਾਸੀ, ਲੇਪ ਨਹੀਂ ਅਲਪਹਿਓ। ਸਦਾ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵਨ ਹੋ ਜਗਵਾਰੀ। ਸੋ ਮਹਾਰਾਜ ਸਭਨਾਂ ਦੇ ਹਿਰਦਿਆਂ ਦੇ ਵਿੱਚ ਨਿਵਾਸ ਰੱਖ ਰਿਹਾ ਹੈ। ਰਹਾਉ ਜੇਕਰ ਫਰਮਾਨ ਕਰਦੇ ਹਨ, ਸੁਖ ਅਰਾਧਨ ਦੁਖ ਅਰਾਧਨ। ਵਾਹਿਗੁਰੂ ਨੂੰ ਸੁਖ ਵੇਲੇ ਵੀ ਆਰਾਧਿਆ ਕਰੋ, ਦੁੱਖ ਵੇਲੇ ਵੀ ਚੇਤੇ ਰੱਖਿਆ ਕਰੋ। ਬਿਸਰੈ ਨਾ ਕਾਹੂ ਬੇਰਾ, ਉਸ ਨੂੰ ਕਿਸੇ ਵੇਲੇ ਵੀ ਭੁੱਲਿਆ ਨਾ ਕਰੋ, ਕਿਉਂਕਿ ਜਦ ਉਹ ਵਿਸਰੇਗਾ ਨਹੀਂ ਤਾਂ ਫਿਰ ਕਿਸੇ ਵੇਲੇ ਵੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਜ਼ਰੂਰ ਬੋਲੀ ਕਰੇਗਾ, ਜਿਵੇਂ ਭਾਈ ਖੁੱਲਾ ਨਾਮ ਦਾ ਬੁਤਾਲੇ ਦਾ ਰਹਿਣ ਵਾਲਾ ਗੁਰਸਿੱਖ ਜਦੋਂ ਅੱਠੇ ਪੈਰੀ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਨ ਲੱਗ ਪਿਆ ਕਿ ਸੱਚੇ ਪਾਤਸ਼ਾਹ ਦਰਸ਼ਨ ਬਖਸ਼ਣ, ਤਾਂ ਫਿਰ ਮਹਾਰਾਜ ਜੀ ਨੇ ਉਹਨੂੰ ਕੰਮ ਕਰਦਿਆਂ ਹੋਇਆਂ ਖੇਤਾਂ ਦੇ ਵਿੱਚ ਜਾਂ ਸ੍ਰੀ ਹਰਗੋਬਿੰਦਪੁਰ ਦਾ ਜੰਗ ਸਮਾਪਤ ਕਰਕੇ ਜਲੰਧਰ ਨੂੰ ਜਾ ਰਹੇ ਸਨ। ਰਸਤੇ ਵਿੱਚ ਉਹਨੂੰ ਦਰਸ਼ਨ ਬਖਸ਼ਿਸ਼ ਕੀਤੇ। ਇਉਂ ਜੇ ਮਨ ਵਿੱਚ ਇੱਛਾ ਹੋਵੇਗੀ, ਉਸ ਵਾਹਿਗੁਰੂ ਜੀ ਦਾ ਆਰਾਧਨ ਹੋਵੇਗਾ। ਜਿਵੇਂ ਮਾਈ ਭਾਗਵਤੀ ਨੂੰ ਕਿਤੇ ਅੰਮ੍ਰਿਤਸਰ, ਕਿਤੇ ਕਸ਼ਮੀਰ, ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਚੱਲ ਕੇ ਉੱਥੇ ਗਏ। ਉਸ ਮਾਤਾ ਨੂੰ ਮਹਾਰਾਜ ਜੀ ਨੇ ਕਸ਼ਮੀਰ ਵਿੱਚ ਜਾ ਕੇ ਦਰਸ਼ਨ ਬਖਸ਼ਿਸ਼ ਕੀਤੇ ਸਨ। ਇਉਂ ਜੇ ਉਸ ਵਾਹਿਗੁਰੂ ਦੀ ਆਰਾਧਨਾ ਕਰਨਗੇ, ਦੁੱਖਾਂ ਵਿੱਚ ਵੀ ਸੁੱਖ ਦੇ ਵਿੱਚ ਵੀ ਆਰਾਧਨਾ ਨਿਕਿਆ ਹਰ ਹਰ ਨਾਮ ਆਰਾਧਨਾ, ਤਾਂ ਕਿਸੇ ਵੇਲੇ ਵੀ ਦਰਸ਼ਨ ਦੇ ਸਕਦਾ ਹੈ। ਪਰ ਧਿਆਨੀ ਹੋਣੀ ਚਾਹੀਦੀ ਹੈ, ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ। ਨਾਮ ਜਪਤ ਕੋਟ ਸੂਰਿ ਉਜਾਰਾ, ਈਸ਼ਵਰ ਦਾ ਨਾਮ ਇੱਕ ਚਿਤ ਹੋ ਕੇ ਜਪਣੇ ਕਰਕੇ ਪੂਰਾ ਹੀ ਸੂਰਜਾਂ ਵਰਗਾ ਅਪਰੋਖ ਗਿਆਨ ਦਾ ਉਜਾਲਾ ਪ੍ਰਕਾਸ਼ ਦੇ ਵਿੱਚ ਹੋ ਜਾਂਦਾ ਹੈ। ਰਾਧਾ ਸਵਾਮੀਆਂ ਨੇ 5 ਪ੍ਰਕਾਸ਼ ਮੰਨੇ ਨੇ, ਤਾਰੇ ਜਿੰਨਾ, ਚੰਦਰਮਾ ਜੈਸਾ, ਸੋ ਸੂਰਜ ਵਰਗਾ, ਇੰਜ ਉਦਾਹਰਨ ਦਿੰਦੇ ਹਨ। ਕਹਿੰਦੇ 10ਵੇਂ ਦਵਾਰ ਦੇ ਵਿੱਚ ਪ੍ਰਕਾਸ਼ ਦਿਖਦਾ ਹੈ। ਆਓ ਤੁਹਾਨੂੰ ਪ੍ਰਕਾਸ਼ ਦਿਖਾਈਏ। ਪਰ ਸਾਧ ਸੰਗਤ ਜੀਓ, ਉਹ ਜਿਹੜੀਆਂ ਰੋਸ਼ਨੀਆਂ ਹੁੰਦੀਆਂ ਨੇ ਉਹ 5 ਤੱਤਾਂ ਦੀਆਂ ਹੁੰਦੀਆਂ ਹਨ। ਜਿਵੇਂ ਧਰਤੀ ਦਾ ਹਰਾ ਰੰਗ, ਪਾਣੀ ਦਾ ਚਿੱਟਾ ਰੰਗ ਇਤਿਹਾਸਕ,
ਪੰਜਾਂ ਤੱਤਾਂ ਦੀਆਂ ਰੋਸ਼ਨੀਆਂ ਦਾ ਮਿਲਵਾਂ ਪ੍ਰਕਾਸ਼ ਦਸਵੇਂ ਦੁਆਰ ਨੂੰ ਪ੍ਰਕਾਸ਼ ਬਣ ਕੇ ਬੈਠ ਜਾਂਦੇ ਨੇ। ਪਰ ਜਿਹੜਾ ਬ੍ਰਹਮ ਗਿਆਨ ਦਾ ਪ੍ਰਕਾਸ਼ ਹੈ, ਅਸਲੀ ਵਾਹਿਗੁਰੂ ਦਾ ਪ੍ਰਕਾਸ਼ ਹੈ, ਉਹ ਨਹੀਂ ਹੁੰਦਾ। ਇਹਦਾ ਪੰਜਾਂ ਤੱਤਾਂ ਦਾ ਚਮਕਾਇਆ ਹੈ। ਜਿਹੜਾ ਅਸਲੀ ਪ੍ਰਕਾਸ਼ ਹੈ ਉਹ ਸ਼ਬਦ ਦੀ ਕਮਾਈ ਦੇ ਨਾਲ, ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਤੁਰ ਦਰਗਾਹ ਸੱਚਖੰਡ ਦੇ ਵਿੱਚੋਂ ਇਹੋ ਜਿਹਾ ਪ੍ਰਾਪਤ ਹੁੰਦਾ ਹੈ ਜਿਹਦੀ ਕੋਈ ਉਦਾਹਰਨ ਨਹੀਂ ਦਿੱਤੀ ਜਾ ਸਕਦੀ। ਨਾ ਉਹਨੂੰ ਸਾਰੀ ਵਰਗਾ ਕਹਿ ਸਕਦੇ ਹਾਂ, ਨਾ ਉਹਨੂੰ ਚੰਦਰਮਾ ਵਰਗਾ ਕਹਿ ਸਕਦੇ ਹਾਂ, ਕਿਉਂਕਿ ਜਿਹੜੇ ਤਾਰੇ ਨੇ ਇਹ ਵੀ ਟੁੱਟ ਕੇ ਧਰਤੀ 'ਤੇ ਡਿੱਗ ਪੈਂਦੇ ਹਨ। ਅਨਾਜ ਦੇ ਵਿੱਚ ਰਸ ਭਰਦਾ ਹੈ। ਉਹਨਾਂ ਦੇ ਰਾਹੀਂ ਜਿਹੜੇ ਜੀਵ ਹਨ ਅੱਗੇ ਦੀ ਅੱਗੇ ਜਿਹੜਾ ਅਣ ਖਾਂਦਾ ਉਹਨਾਂ 'ਚ ਪ੍ਰਵੇਸ਼ ਕਰਦੇ ਨੇ। ਉਹ ਤਾਰੇ ਵੀ ਜੰਮਣ ਦੇ ਚੱਕਰ ਵਿੱਚ ਹਨ, ਇਹ ਡਿੱਗ ਪੈਂਦੇ ਨੇ। ਜਿਹੜਾ ਚੰਦਰਮਾ ਹੈ ਇਹਦੀ ਚਾਨਣੀ ਹੈ ਤਾਂ ਬੜੀ ਮਿੱਠੀ, ਪਰ ਜਿਹੜੀਆਂ ਨਸ਼ੂੜੇ ਵਾਲੀਆਂ ਬੀਬੀਆਂ ਹੁੰਦੀਆਂ ਨੇ ਉਹਨਾਂ ਨੂੰ ਸੂਰ ਦੀ ਤਰ੍ਹਾਂ ਤਿੱਖੀ ਲੱਗਦੀ ਹੈ। ਨਸ਼ੂੜਾ ਸੁਣੇ ਡੋਕਰ ਨੱਠੇ ਮਰਿਓ ਬਾਜ ਬਿਆਰੀ ਆਪਣੇ ਗਿਰਹੀ ਨਾਤੀ ਦੋਰ। ਆਪਣੇ ਪਿਆਰੇ ਨੂੰ ਕੋਈ ਕਮੈਂਟ ਵੀ ਧੀਰਜ ਨਹੀਂ ਕਰ ਸਕਦੇ। ਇਉਂ ਚਾਹੁੰਦੇ ਨੇ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ ਭਾਵੇਂ ਸਾਰੀ ਧਰਤੀ ਉਹਨਾਂ ਨੂੰ ਸੋਨੇ ਦੀ ਬਣਾ ਕੇ ਦੇ ਦਿਓ, ਉਸ ਧਰਤੀ ਦੇ ਉੱਪਰ ਹੀਰੇ ਮੋਤੀ ਜਵਾਹਰਾਤ ਵਿਛਾ ਦਿਓ, ਪਰ ਉਹ ਫਿਰ ਵੀ ਧਰਤੀ ਵੱਲ ਸੋਨੇ ਵੱਲ ਜਾਂ ਹੀਰੇ ਮੋਤੀ ਜਵਾਹਰਾਤਾਂ ਵੱਲ ਨਹੀਂ ਵੇਖਣਗੇ। ਉਹਨਾਂ ਦਾ ਧਿਆਨ ਹਰਿਮੰਦਰ ਸਾਹਿਬ ਉੱਪਰ ਕੇਂਦਰਿਤ ਹੋਵੇਗਾ। ਜੇ ਧਰਤੀ ਸਭ ਕੰਚਨ ਕਰ ਗਈਜੈ, ਜਿਨ ਨਾਮੈ ਅਵਨ ਪਾਇਆ ਰਾਮ, ਰਾਮ ਹੀ ਪਾਈ। ਭਾਵੇਂ ਸਾਰੀ ਧਰਤੀ ਉਹਨਾਂ ਨੂੰ ਸੋਨੇ ਦੀ ਬਣਾ ਕੇ ਪੇਸ਼ ਕਰ ਦਿਓ, ਵਾਹਿਗੁਰੂ ਨਾਮ ਪੂਜੈ, ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਉਹਨਾਂ ਦਾ ਦਿਲੋਂ ਇੰਨਾ ਪਿਆਰ ਹੈ ਕਿ ਹਰਿਮੰਦਰ ਸਾਹਿਬ ਵਿੱਚੋਂ 250 ਕਿਲੋਮੀਟਰ ਦੂਰ ਹੈ। ਸਾਨੂੰ ਕੋਈ ਚੌਕੀ ਉੱਥੇ ਪਹੁੰਚਾ ਦੇਵੇ ਕਿ ਆਪਾਂ ਉੱਥੇ ਮੱਥਾ ਟੇਕ ਲਈਏ, ਡੇਲੀ ਮਹਾਰਾਜ ਦੇ ਦਰਸ਼ਨ ਹੋਣ। ਸਲੋਕ ਦਰਸ਼ਨ ਪਿਆਸੀ ਦਰਸਰਾ ਜਿਤੁ ਅੰਜਨਲੀ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀ। ਜਦੋਂ ਤਾਂ ਸੜਕਾਂ ਖੁੱਲ੍ਹੀਆਂ ਸੀਗੀਆਂ ਉਦੋਂ ਤਾਂ ਭਾਵੇਂ ਜਾਓ ਭਾਵੇਂ ਨਾ ਜਾਓ, ਪਰ ਹੁਣ ਬੰਦ ਦੇ ਵਿੱਚ ਬਹੁਤਾ ਜੀਅ ਕਰ ਰਿਹਾ। ਕਈਆਂ ਨੇ ਮੈਨੂੰ ਪੁੱਛਿਆ ਕਿ ਉੱਥੇ ਖੁੱਲ੍ਹਾ ਹੈ ਜੀ, ਪੁਲਿਸ ਵਾਲੇ ਰੋਕਦੇ ਤਾਂ ਨਹੀਂ, ਦਰਸ਼ਨ ਜੋੜੀ ਖੁੱਲ੍ਹੀ ਹੈ, ਲੰਗਰ ਖੁੱਲ੍ਹਾ ਹੈ, ਆਪਾਂ ਜਾ ਸਕਦੇ ਹਾਂ। ਉਹ ਕੋਈ ਗੱਲ ਨਹੀਂ ਕਿ ਪਰ ਇਹਨਾਂ ਦਿਨਾਂ ਦੇ ਵਿੱਚ ਤਾਂ ਬਹੁਤਾ ਹੀ ਤੜਪਦੇ ਤਾਂ ਸੰਗਤਾਂ ਦੇ ਮਨਾਂ ਦੇ ਵਿੱਚ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਮੇਰਾ ਮਨ ਰੋਚੈ ਗੁਰ ਦਰਸ਼ਨ ਦਾਈ, ਬਿਰਬ ਕਰੇ ਝਾਕ ਕੀ ਨਿਆਈ, ਤ੍ਰਿਕਣਤ ਸਾਧਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਆਉ ਭੋਲੀ ਜੀਓ ਭੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਉਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਮੇਰੇ ਦੁੱਧ ਭਗਵੰਤਾ। ਕਦੋਂ ਲੋਕਡਾਊਨ ਖੁੱਲ੍ਹੇਗਾ, ਕਦੋਂ ਬੱਸਾਂ ਚੱਲਣਗੀਆਂ। ਟ੍ਰੇਨ ਦਾ ਬੜਾ ਸੁੱਖ ਸੀਗਾ ਅਤੇ ਬੱਸ ਭੱਜ ਭੱਜ ਕੇ ਬਹਿਣਾ ਹੀ ਪੈਂਦਾ। ਪਹੁੰਚ ਬੜੇ ਸੌਖੇ ਤਰੀਕੇ ਨਾਲ ਜਾਈਦਾ। ਇਹ ਕਦੋਂ ਚੱਲਣਗੀਆਂ ਰਾਈਡਾਂ,
ਕਈਆਂ ਨੇ ਪੁੱਛਿਆ, ਇਹ ਮਹਾਰਾਜ ਸੱਚੇ ਪਾਤਸ਼ਾਹ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਹੁਣ ਕਦ ਮਿਲੀ ਹੈ ਮੇਰੇ ਤੁਧ ਭਗਵੰਤਾ, ਮੋਹਿ ਰਹਿਣ ਨ ਵਿਹਾਵੇ ਨੀਂਦ ਨ ਆਵੇ, ਨਿਰ ਦਰਸ਼ਨ ਸਤ ਪਿਆਰੇ ਜੀਓ, ਹਉ ਭੋਲੀ ਜੀਓ ਭੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਮਹਾਰਾਜ ਆਪ ਦੇ ਦਰਸ਼ਨਾਂ ਨੂੰ ਸੋ ਜਿਹੜਾ ਸਾਡਾ ਮਨ ਹੈ ਉਹ ਚਾਹੁੰਦਾ ਹੈ। ਆਪਾਂ ਇਸ ਪੰਕਤੀ ਦੇ ਆਧਾਰ ਤੇ ਵਿਚਾਰ ਕਰ ਰਹੇ ਸੀ। ਨਾਮ ਜਪਤਾ ਕੋਟ ਸੂਰੇ ਉਜਾਰਾ, ਨਾਮ ਜਿਤ ਹੋ ਕੇ ਜਪਣੇ ਕਰਕੇ ਥੋੜਾ ਹੀ ਸੂਰਜਾਂ ਵਰਗਾ ਅਪਰੋਖ ਗਿਆਨ ਦਾ ਪ੍ਰਕਾਸ਼ ਦੇ ਵਿੱਚ ਹੋ ਜਾਂਦਾ ਹੈ। ਉਹ ਜਿਹੜਾ ਪ੍ਰਕਾਸ਼ ਹੈ ਨਾ ਸੂਰਜ ਵਰਗਾ, ਨਾ ਚੰਦਰਮਾ ਵਰਗਾ, ਨਾ ਤਾਰੇ ਵਰਗਾ ਹੈ। ਜੋ ਇਹ ਆਮ ਲੋਕ ਮੰਨਦੇ ਨੇ, ਗੁਰਮਤਿ ਦੇ ਅਨੁਸਾਰ ਸੂਰਜ ਦਾ ਪ੍ਰਕਾਸ਼ ਵੀ ਸਾਧ ਸੰਗਤ ਜੀ ਉਹਨੂੰ ਵੇਖ ਕੇ ਅੱਖਾਂ ਝੁੰਝਾ ਜਾਂਦੀਆਂ ਨੇ। ਅੱਖਾਂ ਅੱਜ ਕੱਲ੍ਹ ਦੁਪਹਿਰ ਦਾ ਸੂਰਜ ਨਹੀਂ ਦੇਖ ਸਕਦੀਆਂ। ਸੂਰਜ ਦਾ ਪ੍ਰਕਾਸ਼ ਅੱਖਾਂ ਨੂੰ ਦੁੱਖ ਦੇਣ ਵਾਲਾ ਹੈ, ਪਰ ਜਿਹੜਾ ਪ੍ਰਕਾਸ਼ ਇਹ ਨਾਮ ਜਪਣ ਵਾਲਾ ਹੈ, ਨਾਮ ਜਪ ਕੇ ਬ੍ਰਹਮ ਗਿਆਨ ਦਾ ਪ੍ਰਾਪਤ ਹੁੰਦਾ ਹੈ। ਇਹ ਪੂਰਾ ਹੀ ਸੂਰਜਾਂ ਵਰਗਾ ਹੈ ਕਿ ਪਰ ਅੱਖਾਂ ਝੰਜੋੜੀਆਂ ਨਹੀਂ, ਦੁੱਖ ਨਹੀਂ ਦਿੰਦਾ ਉਹ ਪ੍ਰਕਾਸ਼, ਉਸ ਨੂੰ ਸ਼ਾਂਤੀ ਦਿੰਦਾ ਹੈ। ਚਿਰ ਮੇਰੇ ਝਿਲਕੇ ਚੰਦ ਨਾ ਤਾਰਾ, ਸੂਰਜ ਕਿਰਨ ਨਾ ਵਿਜੁਲ ਕੇ ਨਾਰ, ਕਥੀ ਕਦੋ ਜੀਨ ਨਹੀਂ ਕੋਈ, ਪੂਰ ਰਹਿਆ ਮਨ ਭਾਈਂਦਾ। ਐਸਾ ਇਹ ਮਹਾਰਾਜ ਦਾ ਪ੍ਰਕਾਸ਼ ਹੈ। ਬਿਨ ਸਾਏ ਪਰਮ ਅੰਧੇਰਾ, ਪੰਜ ਪ੍ਰਕਾਰ ਦਾ ਪਰਮ ਹਨੇਰਾ ਇਹ ਵੀ ਨਾਸ਼ ਹੋ ਜਾਂਦਾ ਹੈ, ਕਿਉਂਕਿ ਹਨੇਰਾ ਹੀ ਦੁੱਖ ਦਾ ਕਾਰਨ ਹੈ। ਹਨੇਰੇ ਵਿੱਚ ਰੱਸੀ ਵੀ ਪਈ ਹੋਵੇ ਤੇ ਉਹ ਸੱਪ ਜਾ ਗਈ ਹੈ, ਜਿਸ ਕਰਕੇ ਕਈ ਵਾਰ ਭੁਲੇਖੇ ਕਾਰਨ ਬੰਦਾ ਦੁਖੀ ਹੁੰਦਾ ਹੈ ਕਿ ਉਹ ਸੱਪ ਬੈਠਾ ਹੋਇਆ। ਜਦ ਜਾਣਨ ਹੋ ਜਾਏ ਫਿਰ ਪਤਾ ਚੱਲਦਾ ਹੈ ਕਿ ਇਹ ਤਾਂ ਰੱਸੀ ਗਈ ਹੈ। ਸੋ ਮਹਾਰਾਜ ਧਰਮ ਦਾ ਹਨੇਰਾ ਨਾਮ ਜਪ ਕੇ ਗਿਆਨ ਦਾ ਸੂਰਜ ਚਾੜ ਕੇ ਦੂਰ ਕਰ ਦਿੰਦੇ ਹਨ। ਸੰਤੋਖ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਥਾਨ ਥਨੰਤਰ ਸਭਨੀ ਜਾਈ, ਕਿਰਪਾ ਹੁੰਦੀ ਹੈ ਇਹ ਸਾਰੇ ਬਾਹਰਲੇ ਥਾਵਾਂ ਤੇ ਅਤੇ ਥਾਨੰਤਰ ਅੰਦਰਲੇ ਥਾਂ ਦੀਆਂ ਮਕਾਨਾਂ ਦੇ ਵਿੱਚ, ਦੀਆਂ ਮਕਾਨਾਂ ਵਿੱਚ ਰਹਿਣ ਵਾਲੇ ਮਕਾਨੀਆਂ ਵਿੱਚ ਅਤੇ ਸਾਰੀਆਂ ਲੋਕ ਲੋਕੀਆਂ ਜਿੰਨੀਆਂ ਵੀ ਜਗ੍ਹਾ ਨੇ ਉਹਨਾਂ ਦੇ ਵਿੱਚ ਜੋ ਕੁਝ ਵੀ ਉਹਨਾਂ ਨੂੰ ਦਿਖਦਾ ਹੈ। ਜੋ ਦਿਸੈ ਸੋ ਤੇਰਾ, ਉਹ ਪਰਮੇਸ਼ਰ ਤੇਰਾ ਹੀ ਸਰੂਪ ਪ੍ਰਤੀਤ ਹੁੰਦਾ ਹੈ। ਉਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ। ਸੰਤ ਸੰਗ ਪਾਵੈ ਜੋ ਨਾਨਕ, ਕਥਨ ਕਰਦੇ ਕਿ ਜਿਹੜੇ ਗੁਰਮੁਖ ਜਨ ਸ੍ਰੇਸ਼ਟ ਪੁਰਖ ਮਹਾਤਮਾ ਜਿਨ੍ਹਾਂ ਦੀ ਸੰਗਤ ਦੁਆਰਾ ਪਰਮੇਸ਼ਰ ਨੂੰ ਪਾ ਲੈਂਦੇ ਹਨ, ਤੈਸਾ ਬਹੁਰ ਨਾ ਹੋਈ ਹੈ ਫੇਰਾ, ਉਹਨਾਂ ਨੂੰ ਮੁੜ ਕੇ 84 ਲੱਖ ਜਨਮ ਦਾ ਗੇੜ ਪ੍ਰਾਪਤ ਨਹੀਂ ਹੁੰਦਾ ਹੈ। ਜੈ ਦਸਰੀ ਮਹੱਲਾ ਪੰਜਵਾ। ਆਸ਼ਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਯਾਤਰੀ ਰਾਗਣ ਦੇ ਵਿੱਚ ਘਰ ਚ ਚੌਥਾ ਦੋਪਦੇ, ਸੰਬੰਧ ਨੌ ਵਾਲਿਆਂ ਨਾਲ ਹੈ। ਸੁਰ
ਨਾਲ ਇੱਕ ਘਰ ਸੁਰ ਵਾਜੇ ਦੀ ਤਾਲ ਜੋੜੀ ਦਾ ਇਹਨੂੰ ਮਿਲਾ ਕੇ ਘਰ ਬਣਦਾ ਹੈ। ਇਹ ਸ਼ਬਦ ਮਹਾਰਾਜ ਕਹਿੰਦੇ ਜਦ ਗਾਉਣਾ ਹੈ ਤਾਂ ਚੌਥੇ ਘਰ ਦੇ ਵਿੱਚ ਚੌਥੇ ਸੁਰਤਾਲ ਦੇ ਵਿੱਚ ਗਾਉਣਾ ਹੈ। ਦੋ ਦੋ ਬਣਿਆ ਵਾਲੇ ਕਾਮ ਸ਼ਬਦ ਉਚਾਰਨ ਕਰਦੇ ਨੇ। ਏਕ ਓੰਕਾਰ ਅਦਵੈ ਸਰੂਪ ਪਰਮੇਸ਼ਰ ਓੰਕਾਰ ਸਬਦ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਅਬ ਮੈਂ ਸੁਖ ਪਾਇਓ ਗੁਰ ਆਗਿਆ। ਆਪ ਹੁਣ ਇਸ ਮੌਕੇ ਅਸੀਂ ਪੂਰੇ ਸਤਿਗੁਰਾਂ ਦੀ ਆਗਿਆ ਮੰਨ ਕੇ ਸੁਖ ਅਤੇ ਆਨੰਦ ਸਰੂਪ ਨੂੰ ਪਾ ਲਿਆ ਹੈ। ਗੁਰੂ ਜੀ ਦੇ ਦਰਸ਼ਨ ਕਈ ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ। ਇਸ ਲਈ ਮਹਾਰਾਜ ਦੇ ਦਰਸ਼ਨ ਕਰਕੇ ਗੁਰਾਂ ਦੀ ਆਗਿਆ ਮੰਨ ਕੇ ਬਹੁਤ ਭਲਾ ਹੁੰਦਾ ਹੈ। ਇਵੇਂ ਇੱਕ ਬੀਬੀ ਸੋਤੀ ਨਾਮ ਦੀ ਗੁਰਸਿੱਖ ਘਰਾਣੇ ਦੀ ਲੜਕੀ ਜਿਸ ਦਾ ਪਿਤਾ ਭਾਈ ਆਕੜ ਤੁਕਰਾਣੀ ਨਗਰ ਦਾ ਛੋਟੀ ਉਮਰ ਦੇ ਵਿੱਚ ਪਿਓ ਨਾਲ ਹਰਿਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦੀ ਰਹੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੁੰਦੇ ਰਹੇ। ਹੁਣ ਛੇਵੇਂ ਪਾਤਸ਼ਾਹ ਦਾ ਮੌਕਾ ਜਦ ਵਿਆਹੀ ਗਈ ਤੇ ਸਖੀ ਸਰਵਰਾਂ ਦੇ ਘਰ ਢੋਲਾ ਜਾ ਰਿਹਾ ਸੀ। ਵਿਚਾਰੀ ਬੜੀ ਦੁਖੀ ਤੇ ਮਹਾਰਾਜ ਨੂੰ ਯਾਦ ਕਰੇ, ਪ੍ਰਭੂ ਦਾ ਸਿਮਰਨ ਕਰੇ। ਇਹ ਸੱਚੇ ਪਾਤਸ਼ਾਹ ਮੇਰੇ ਧਰਮ ਦੀ ਰੱਖਿਆ ਕਰੋ। ਤਾਂ ਰਸਤੇ ਦੇ ਵਿੱਚ ਭਾਈ ਕੀ ਗੌੜੀ ਨਗਰ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਆਏ ਹੋਏ ਸਨ। ਸੁੰਦਰ ਦੀ ਮਾਣ ਸਜਿਆ ਹੋਇਆ ਸੀ। ਕੀਰਤਨ ਦੀ ਆਵਾਜ਼ ਅੰਮ੍ਰਿਤ ਵੇਲੇ 6 ਵਜੇ ਕਿਉਂਕਿ ਪੁਰਾਣਾ ਸਮਾਂ ਸੀਗਾ, ਗਰਮੀ ਦੇ ਦਿਨ ਹੋਣ ਕਰਕੇ ਸੋਚਿਆ ਕਿ ਉਸ ਤੋਂ ਬਾਅਦ ਵਿੱਚ ਦੁਪਹਿਰ ਗਰਮੀ ਹੋ ਜਾਏਗੀ। ਬਰਾਤਾਂ ਲੋਕ ਦੋ ਤਿੰਨ ਦਿਨ ਰੱਖਦੇ ਤੇ ਜਦ ਢੋਲਾ ਖੋਲ੍ਹਿਆ ਅੰਮ੍ਰਿਤ ਵੇਲੇ 3 ਵਜੇ ਹੀ ਤੋੜ ਦਿੱਤਾ। ਜਿਸ ਕਰਕੇ ਦਿਨ ਦੇ ਚੜ੍ਹਾਅ ਦੇ ਨਾਲ ਭਾਈ ਕੋਈ ਡੋਲੀ ਪਹੁੰਚ ਗਏ ਜੋ ਰਸਤੇ ਦੇ ਵਿੱਚ ਵੀ ਆਏ ਹਨ। ਪਹਾੜਾਂ ਨੂੰ ਮਾਇਆ ਆਦਿ ਦੇ ਕੇ ਉਹਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮਹਾਰਾਜ ਦੇ ਮੈਨੂੰ ਦਰਸ਼ਨ ਕਰਵਾਓ। ਜਾਂ ਦਰਸ਼ਨ ਕਰਕੇ ਸਾਹਿਬਾਂ ਦੇ ਚਰਨਾਂ ਦੇ ਮੱਥਾ ਟੇਕਿਆ, ਉਹਦੇ ਮਨ ਨੂੰ ਕੁਝ ਧੀਰਜ ਵਧੀ। ਜਿਵੇਂ ਬਿਮਾਰ ਬੰਦਾ ਹਸਪਤਾਲ ਦੇ ਵਿੱਚ ਹੁੰਦਾ ਹੋਵੇ। ਅੱਜ ਕੱਲ੍ਹ ਬਿਮਾਰੀਆਂ ਦਾ ਬੜਾ ਜ਼ੋਰ ਹੈ। ਡਾਕਟਰ ਆ ਜਾਏ ਤਾਂ ਮਰੀਜ਼ ਦੀ ਜਾਨ ਵਿੱਚ ਜਾਨ ਪੈ ਜਾਂਦੀ ਹੈ ਕਿ ਹੁਣ ਨਹੀਂ ਮੈਂ ਮਰਦਾ। ਇੰਝ ਹੀ ਸੋਰਠ ਮਹੱਲਾ ਪੰਜਵਾ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ योग मुख देव काटे जम की फंदा। सतगुरु रूपी वैद के दर्शन करके बीबी का मन हौला हो गया। भोग बैठ तक अरदास हुई, प्रसाद करते हुए बैठी रही। सतगुरु जी ने पूछा कि बीबी भैन वो कितों आई है, तेरे वस्त्र विआह वाले ने। उन्हें सारी बेनती सच्चो सच कह सुनाई। महाराज कहते बीबी घबरा ना, ਹੁਣ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਗਈ ਹੈ। ਹੁਣ ਅਸੀਂ ਤੈਨੂੰ ਮਰਨ ਨਹੀਂ ਦਿੰਦੇ। ਭਾਵ ਇੱਕ ਤੇ ਮਰਨਾ ਇੱਕੋ ਦਿਨ ਹੀ ਹੁੰਦਾ, ਉਹਦੇ ਨਾਲ ਬੰਦੇ ਦੀ ਜਾਨ ਛੁੱਟ ਜਾਂਦੀ, ਸਰੀਰ ਛੁੱਟ ਜਾਂਦਾ। ਪਰ ਜਿਹੜਾ ਦੁੱਖ ਦਾ ਮਰਨਾ ਇਹ ਨਿਤ ਮਰਨਾ ਚੰਗਾ ਨਹੀਂ ਹੁੰਦਾ। ਫਿਰ ਗ੍ਰਸਤ ਪਰਿਵਾਰ ਦਾ ਦੁੱਖ ਤਾਂ ਬਹੁਤ ਨਹੀਂ ਮਾੜਾ ਹੈ। ਹੁਣ ਆਪਾਂ ਦਫ਼ਤਰਾਂ ਦੇ ਵਿੱਚ ਕੰਮ ਵਾਲੀ ਜਗ੍ਹਾ 'ਤੇ ਲੜ ਪਾਂਗੇ ਤੇ ਕੋਈ ਗੱਲ ਨਹੀਂ, ਕਿਤੇ ਹੋਰ ਚਲੇ ਜਾਓ। ਪਰ ਘਰ ਛੱਡ ਕੇ ਬੰਦਾ ਕਿਹੜੇ ਕੁਝ ਡਿੱਗੂਗਾ, ਰਹਿਣਾ ਤਾਂ ਉੱਥੇ ਕਹੂਗਾ।
ਨਿਤ ਦੀ ਲੜਾਈ ਚੰਗੀ ਨਹੀਂ ਹੁੰਦੀ ਜੇ ਧਰਮ ਦੇ ਨਾਮ ਦੇ। ਦੂਜੇ ਦਾ ਸੁਭਾਅ ਹੋਰ ਹੈ, ਉਹ ਕਹੇਗਾ ਕਿ ਚੱਲ ਮੇਰੇ ਬਾਬੇ ਦੇ ਕੋਲ ਲੱਖ ਰਾਤਾ ਪੀਰ, ਲਾਲਾ ਵਾਲਾ ਪੀਰ, ਫਲਾਣਾ ਟਿਕੜਾ, ਆਪਾਂ ਨੂੰ ਗੁਰਦੁਆਰੇ ਤੋਂ ਬਗੈਰ ਚੰਗਾ ਨਹੀਂ ਲੱਗਦਾ। ਤਾਂ ਇੰਝ ਜਿਹੜਾ ਚੋਰੀਆਂ ਦਾ ਦੁੱਖ ਹੈ, ਚੁਰ ਚੁਰ ਕੇ ਮਰਨਾ ਹੈ, ਇਹਦੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਰਾਹਤ ਬਖਸ਼ਦੇ ਨੇ। ਉਂਝ ਨਾਨਕ ਦੁਖੀਆ ਸਭ ਸੰਸਾਰ ਦੁਖੀ ਹੈ। ਪਰ ਜਿਹੜਾ ਮਹਾਰਾਜ ਦੀ ਬਾਣੀ ਪੜ੍ਹਨ ਲੱਗ ਪੈਂਦਾ, ਕਰਮਾਂ ਦਾ ਦੁੱਖ ਤਾਂ ਭੋਗਣਾ ਪੈਂਦਾ, ਪਰ ਬੰਦੇ ਦਾ ਰੋਣਾ ਧੋਣਾ ਮੁੱਕ ਜਾਂਦਾ। ਮੋਟੀ ਜਿਹੀ ਉਦਾਹਰਨ ਹੈ, ਆ ਜਿਹੜੀ ਦਾੜ ਹੈ ਇਹ ਹੀਰੂਗੀ ਤਾਂ ਸਹੀ, ਡਾਕਟਰ ਕਹੂਗਾ ਵੀ ਰੇਸ਼ਾ ਵੀ ਭਰਿਆ ਪਰ ਦਰਦ ਨਹੀਂ ਹੋਗੀ, ਬੁਖਾਰ ਚੜੂਗਾ ਸਹੀ ਤੇ ਪਰ ਸਿਰ ਦਰਦ ਨਾਲ ਬੰਦਾ ਘਬਰਾਊਗਾ ਨਹੀਂ, ਡਿੱਗੂਗਾ ਨਹੀਂ, ਹੌਸਲਾ ਰਹੂਗਾ। ਬਾਣੀ ਵਿੱਚ ਲਿਖਿਆ ਹੈ ਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਇਹ ਨਹੀਂ ਵੀ ਬ੍ਰਹਮ ਗਿਆਨੀ ਨੂੰ ਭੁੱਖ ਨਹੀਂ ਲੱਗਦੀ, ਕਿਉਂਕਿ ਬ੍ਰਹਮ ਗਿਆਨੀ ਵੀ ਬੰਦਾ ਹੈ। ਬੰਦੇ ਦਾ ਸਰੀਰ ਪੰਜਾਂ ਤੱਤਾਂ ਦਾ ਹੈ, ਨੀਂਦ ਅਤੇ ਭੁੱਖ ਸਰੀਰ ਦੀਆਂ ਦੋ ਲੋੜਾਂ ਹਨ। ਪਰਮ ਪਦ ਦੇ ਵਿੱਚ ਇਹ ਦੋਵੇਂ ਚੀਜ਼ਾਂ ਵੈਸੇ ਭੱਜ ਜਾਂਦੀਆਂ ਨੇ, ਪਰ ਸਾਧ ਸੰਗਤ ਜੀ ਲੋਕ ਖਾਂਦੇ ਤਾਂ ਜ਼ਰੂਰ ਨੇ। ਰੋਟੀ ਦਾ ਖਾਣਾ, ਕੋਈ ਫਲ ਫੁੱਲ ਖਾਣਗੇ, ਕੋਈ ਦੁੱਧ ਦਾ ਪੀਣਗੇ, ਪਾਣੀ ਦਾ ਪੀਣਾ ਹੀ ਪਊਗਾ ਕਿਉਂਕਿ ਸਰੀਰ ਨੇ ਚੱਲਣਾ ਹੀ ਭੋਜਨ ਦੇ ਨਾਲ। ਉਹ ਰੋਟੀ ਖਾਣੀ ਜਾਂ ਬੈੱਡ ਰੈਸਟ ਕਰਨੀ ਕੋਈ ਮਾੜੀ ਗੱਲ ਨਹੀਂ ਹੈ, ਇਹਨੇ ਵੀ ਸੰਤੁਲਨ ਇਹਦੇ ਨਾਲ ਦੂਰ ਹੋ ਜਾਂਦਾ। ਹਾਂ, ਪਸ਼ੂ ਜਗਤੀ ਮਾੜੀ ਹੈ, ਭੁੱਖ ਤਾਂ ਬ੍ਰਹਮ ਗਿਆਨੀਆਂ ਨੂੰ ਲੱਗਦੀ ਹੈ, ਉਹ ਰੋਟੀ ਵੀ ਖਾਂਦਾ, ਪਰ ਜਿਹੜਾ ਅਸੀਂ ਲੋਕ ਭੁੱਖ ਕਰਦੇ ਹਾਂ, ਘਬਰਾ ਜਾਂਦੇ ਆ, ਤ੍ਰਿਸ਼ਨਾ ਤੇ ਘਬਰਾਹਟ ਮੁੱਕ ਜਾਂਦੀ ਹੈ, ਤ੍ਰਿਪਤੀ ਰਹਿੰਦੀ ਹੈ। ਉਹ ਇੰਝ ਦੁੱਖ ਆਉਂਦਾ ਸਹੀ ਹੈ, ਪਰ ਦੁੱਖ ਨਾਲ ਜਿਹੜੀ ਘਬਰਾਹਟ ਹੋਣੀ ਹੈ ਇਹ ਖਤਮ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਤਾਂ ਸਾਰਾ ਦੁਖੀ ਹੈ, ਪਰ ਜੇ ਆਪਾਂ ਗੁਰੂ ਚਰਨਾਂ ਵਿੱਚ ਆਵਾਂਗੇ, ਸੱਚੇ ਪਾਤਸ਼ਾਹ ਜੀ ਦਾ ਨਾਮ ਜਪਾਂਗੇ, ਗੁਰੂ ਸਾਹਿਬਾਂ ਦੀ ਬਾਣੀ ਪੜ੍ਹਾਂਗੇ ਤੇ ਸੁਣਿਆ ਦੁੱਖ ਪਾਪ ਦਾ ਨਾਸ਼। ਮਹਾਰਾਜ ਦਾ ਨਾਮ ਸੁਣਨ ਤੋਂ, ਗੁਰੂ ਸਾਹਿਬ ਦੀ ਆਗਿਆ ਮੰਨਣ ਤੋਂ, ਦਰਸ਼ਨ ਕਰਨ ਤੋਂ ਦੁੱਖਾਂ ਪਾਪਾਂ ਤੇ ਕਲੇਸ਼ਾਂ ਦਾ ਨਾਸ਼ ਹੋ ਜਾਏਗਾ। ਆਗਿਆ ਜਿਹੜੀ ਹੈ, ਆਪ ਮੈਂ ਸੁਖ ਪਾਇਓ ਆਗਿਆ, ਆਗਿਆ ਜਿਹੜੀ ਹੈ ਗੁਰੂ ਸਾਹਿਬ ਦੀ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਕੀ ਬਜਾਏ ਦਿਓ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜਪਣ ਦਾ ਹੁਕਮ ਹੈ। ਇੰਦੇ ਦੁੱਖ ਕਲੇਸ਼ ਨਾ ਭਾਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਉਹ ਜਿਹੜਾ ਗੁਰ ਮੰਤਰ ਦਾ ਜਾਪ ਜਪਣਾ ਹੈ, ਬਾਣੀ ਪੜ੍ਹਨ ਦੀ ਆਗਿਆ ਹੈ, 5 ਬਾਣੀਆਂ ਦਾ ਘੱਟ ਤੋਂ ਘੱਟ ਨਿਤਨੇਮ, ਫਿਰ 5 ਵਰਤੀ ਦਾ ਜਿੰਨਾ ਵੀ ਹੋ ਸਕੇ ਬਾਣੀ ਦਾ ਪਾਠ। ਇਸ ਕਾਲ ਦੇ ਵਿੱਚ, ਇਸ ਸਮੇਂ, ਇਸ ਮੁੱਖਾ ਜਪ ਦੇ ਵਿੱਚ ਜਾਂ ਹੁਣ ਅਸੀਂ ਪੂਰੇ ਸਤਿਗੁਰਾਂ ਦੀ ਆਗਿਆ ਮੰਨ ਕੇ ਸੁਖ ਆਨੰਦ ਸਰੂਪ ਨੂੰ ਪਾ ਲਿਆ ਹੈ। ਤਾਂ ਜੀ ਸਿਆਨ ਪਾਏ ਚਿੰਤ ਵਿਸਾਰੀ। ਸਤਿਗੁਰੂ ਗੁਰਬਚਨ ਸਿੰਘ ਜੀ ਖਾਲਸਾ ਘੰਟਾ ਵਾਲੀਆਂ ਦੇ ਵਚਨ ਹੈ ਕਿ ਜਿਹੜਾ ਬਹੁਤੇ ਬੰਦਾ ਸਿਆਣਾ ਹੈ ਉਹ ਬਾਣੀ ਨਹੀਂ ਪੜ੍ਹਦਾ। ਜਿਹੜਾ ਬਹੁਤਾ ਵਿਦਵਾਨ ਹੈ, ਆਪਣੇ ਆਪ ਨੂੰ ਬੜਾ ਸਿਆਣਾ ਮੰਨਦਾ, ਬੜਾ ਵਿਦਿਆ ਵਾਲਾ, ਬੜਾ ਪੰਡਤ ਮੰਨਦਾ, ਉਹਦੇ ਮਨ 'ਚ ਹੰਕਾਰ ਹੁੰਦਾ ਹੈ ਕਿ ਅਸੀਂ ਤਾਂ ਉਂਝ ਹੀ ਚੰਗੇ ਹਾਂ, ਨਾ ਤਾਂ ਬਹੁਤਾ ਪੜ੍ਹਿਆ ਲਿਖਿਆ ਬਾਣੀ ਪੜ੍ਹ ਸਕਦਾ ਅਤੇ ਨਾ ਹੀ ਬਹੁਤਾ ਫਿਰਤੂ ਬੰਦਾ ਜਿਹਨੇ ਟੇਕੇ ਨਹੀਂ ਬੈਠਣਾ, ਕਦੀ ਇੱਧਰ ਚਲਾ ਗਿਆ, ਕਦੀ ਉੱਧਰ ਚਲਾ ਗਿਆ।
ਇਹ ਕਹਿੰਦੇ ਸੋਚਿਆ ਵਿਹਲੇ ਸੀਗੇ ਤੇ ਚਲੋ ਮਿਲ ਹੀ ਆਈਏ। ਬੰਦਾ ਪੁੱਛਣ ਵਾਲਾ ਹੋਵੇ ਵੀ ਤੁਸੀਂ ਨਾ ਵਿਹਲੇ ਹੋ ਤੇ ਜਿਹਨੂੰ ਤੁਸੀਂ ਮਿਲਣ ਆਏ ਹੋ ਉਹ ਤਾਂ ਨਹੀਂ ਵਿਹਲਾ। ਉਹ ਇੰਝ ਗੱਲਾਂ ਕਰਕੇ ਵੇਰਪੁਣਾ ਦੂਰ ਕਰਦਾ, ਗੱਲਾਂ ਵਾਲਾ ਬੰਦਾ, ਬਹੁਤਾ ਫਿਰਨ ਵਾਲਾ ਬੰਦਾ ਤੇ ਬਹੁਤਾ ਪੜ੍ਹਿਆ ਲਿਖਿਆ, ਇਹਨਾਂ ਤੋਂ ਪਰਮਾਤਮਾ ਦੂਰ ਹੈ, ਕਿਉਂਕਿ ਨਿਤਨੇਮ ਨਹੀਂ ਕਰ ਸਕਦੇ। ਇਸ ਵਾਸਤੇ ਜਿਹੜੇ ਬਹੁਤੇ ਮਿੱਤਰ ਦੋਸਤ ਨੇ, ਬਹੁਤਾ ਮੇਲ ਮਿਲਾਪੀ ਹੈ, ਉਹ ਵੀ ਮਿਲ ਜੁਲਣ ਦੇ ਵਿੱਚ ਹੀ ਬਿਜ਼ੀ ਰਹੇਗਾ। ਨਿਤਨੇਮ ਦਾ ਟਾਈਮ ਕਿੱਥੇ ਮਿਲੂਗਾ? ਤੇ ਇਸ ਵਾਸਤੇ ਜਿਹੜਾ ਇਕਾਂਤ ਵਿੱਚ ਬੈਠ ਕੇ ਭਜਨ ਕਰਨਾ ਹੈ, ਇਹ ਤਾਂ ਸਿੱਧੇ ਸਾਦੇ ਲੋਕ ਅਨਪੜ੍ਹ ਬੰਦੇ ਕਰਦੇ ਨੇ, ਜਿਨ੍ਹਾਂ ਮਨ 'ਚ ਨਿਮਰਤਾ ਹੁੰਦੀ ਹੈ। ਇਸ ਵਾਸਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਆਗਲੀ ਆਗਿਆ ਮੰਨੀ ਹੈ ਤੇ ਆਗਿਆ ਮੰਨ ਕੇ ਜਿਹੜੀ ਬੁੱਧੀ ਦੀ ਸਿਆਣਪ ਸੀਗੀ, ਜਿਹੜੀ ਵਿਦਿਆ ਦੀ ਸਿਆਣਪ ਸੀ, ਚਤੁਰਾਈਆਂ ਸੰਤ, ਉਹਨਾਂ ਸਾਰਿਆਂ ਨੂੰ ਤਿਆਗ ਦਿੱਤਾ ਹੈ। ਕਿਉਂਕਿ ਲੱਖ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਭਾਵੇਂ ਲੱਖਾਂ ਹੀ ਸਿਆਣਪਾਂ ਹੋਣ, ਇੱਕ ਵੀ ਮਹਾਰਾਜ ਦੇ ਦਰਸ਼ਨਾਂ ਦੇ ਨਾਲ ਨਹੀਂ ਚੱਲ ਸਕਦੇ। ਵਾਹਿਗੁਰੂ ਦੀ ਪ੍ਰਾਪਤੀ ਲਈ ਨਾਲ ਨਹੀਂ ਚੱਲਦੀ, ਪਾਪ ਪ੍ਰਮਾਣ ਨਹੀਂ ਚੜ੍ਹਦੀ ਹੈ। ਸਹਿਜ ਸਿਆਣਪ ਨਹਿ ਮਿਲੇ ਮਿਲੀ ਚੰਦੜੀਏ, ਗੁਰਮੁਖ ਨਾਮਾ ਬੋਲੇ ਰਾਮ। ਅਹੰ ਛੋੜਿਓ ਹੈ ਤਿਆਗਿਆ, ਦੀ ਚਿੰਤਾ ਛੱਡ ਦਿੱਤੀ ਹੈ, ਜਾਂ ਮਹਿਲ ਹਾਲਤ ਕਰਨ ਵਾਲੀ ਚਿੰਤਾ ਵੀ ਵਿਸਾਰ ਦਿੱਤੀ ਹੈ, ਤੇ ਹੰਕਾਰ ਵੀ ਤਿਆਗ ਕਰਕੇ ਛੱਡ ਦਿੱਤਾ ਹੈ। ਰਹਾਉ ਹੰਕਾਰ ਹੀ ਸਭ ਤੋਂ ਮਾੜਾ ਹੈ। ਹਰ ਜੀਉ ਅਹੰਕਾਰ ਨਾ ਭਾਵਈ ਵੇਦ ਮੁਕਤ ਸੁਣਾਵੇ। ਹਰ ਜੀ ਪਰਮਾਤਮਾ ਨੂੰ ਹੰਕਾਰ ਕਰਨਾ ਨਹੀਂ ਲੱਗਦਾ। ਇਹ ਗੱਲ ਵੇਦ ਕੂਕਾਂ ਮਾਰ ਮਾਰ ਕੇ ਸੁਣਦੇ ਹਨ। ਹਉਮੈ ਦੀਰਘ ਰੋਗ ਹੈ, ਇਹ ਬੜਾ ਵੱਡਾ ਰੋਗ ਹੈ। ਇਹ ਹੰਕਾਰ ਵੀ ਸਿਆਣ ਦਿੱਤਾ। ਜਿਹੜਾ ਵਿਗੜ ਪਾਉਣ ਵਾਲਾ ਸੀ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸਤਿਆਰ ਮੁੜਿਆਰ। ਉਹ ਇੰਝ ਹਉਮੈ ਦੇ ਵਿੱਚ ਇਨਸਾਨ ਰੁਝਿਆ ਹੋਇਆ ਹੈ। ਤੀਰਥ ਵਾਧੇ ਅਰਦਾਨ ਕਰਨ ਮਨ ਮੈਂ ਧਰੇ ਗੁਮਾਨ, ਨਾਲ ਮਿਲੇ ਸੋ ਜਾਤ ਕੇ ਜਿਉਂ ਪਹੁੰਚੇ ਸਨਾਨ। ਨਹੀਂ ਤਾਂ ਜਿੰਨਾ ਅਸੀਂ ਤੀਰਥ ਇਸ਼ਨਾਨ ਕਰਦੇ ਹਾਂ, ਜਿੰਨਾ ਦਾਨ ਪੁੰਨ ਕਰਦੇ ਹਾਂ, ਜਿੰਨਾ ਪਰਉਪਕਾਰ ਚੰਗੇ ਕਰਮ ਕਰਦੇ ਹਾਂ, ਅੱਜ ਹੀ ਭਗਵਾਨ ਮਿਲ ਪਏ। ਤੇ ਪਰ ਸਾਡੇ ਮਨ ਦੀ ਇੱਛਾ ਹੁੰਦੀ ਹੈ ਕਿ ਸਾਡੇ ਗੁਰੂ ਅਖਬਾਰ 'ਚ ਲੱਗੇ, ਲੋਕ ਸਾਡੀ ਜੈ ਜੈਕਾਰ ਕਰਨ ਕਿ ਇਹ ਬੜਾ ਬੰਦਾ ਦਾਨੀ ਹੈ। ਆਹ ਨਾਮ ਲਿਖ ਲਿਖ ਕਰਕੇ ਅਸੀਂ ਚੀਜ਼ਾਂ ਵੰਡਦੇ ਹਾਂ। ਸਰਕਾਰਾਂ ਦਾ ਵੀ ਇਹ ਸੁਭਾਅ ਹੈ, ਰਾਜਨੀਤਿਕ ਬੰਦਿਆਂ ਦਾ। ਜਿਹੜਾ ਵੀ ਕੁਰਸੀ 'ਤੇ ਬਹਿ ਜਾਂਦਾ ਉਹ ਆਪਣੇ ਕਾਰਡ, ਰਾਸ਼ਨ ਕਾਰਡ ਵੱਖਰੇ ਬਣਾਉਂਦਾ। ਇਹ ਤਾਂ ਪੁਰਾਣੀ ਦੀ ਫੋਟੋ ਹੁਣ ਮੇਰੀ ਫੋਟੋ ਲੱਗਣੀ ਚਾਹੀਦੀ ਹੈ। ਵੈਸੇ ਚਾਹੀਦਾ ਇਹ ਸੀਗਾ, ਆ ਜਿਹੜੇ ਨੀਲੇ ਕਾਰਡ ਦੇ ਬਣੇ ਨੇ ਉਹ ਤਾਂ ਬੜੇ ਭੈੜੇ ਲੱਗਦੇ ਨੇ। ਬੰਦੇ ਦੀ ਫੋਟੋ ਤਾਂ ਹੈ ਹੀ ਈਰਖਾ ਵਾਲੀ, ਕਿਸੇ ਨੇ ਮੇਰੀ ਬਣਦੀ ਹੈ, ਕਿਸੇ ਨੇ ਮੇਰੀ ਨਹੀਂ ਬਣਦੀ। ਤੇ ਇਸ ਵਾਸਤੇ ਫੋਟੋ ਹੋਣੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਸੱਚਮੁੱਚ ਜੇ ਰਾਜ ਵਾਹਿਗੁਰੂ ਜੀ ਦੇ ਨਾਮ ਦੇ ਹੈ, ਗੁਰੂ ਜੀ ਦੇ ਨਾਮ ਦੇ ਹੈ, ਤੇ ਸੱਚਮੁੱਚ ਹੀ ਅਸੀਂ ਗੁਰੂ ਦੇ ਸਿੱਖ ਹਾਂ। ਤੇ ਗੁਰੂ ਘਰ ਦੇ ਤੇ ਜੋ ਵੀ ਮੈਨੇਜਮੈਂਟ ਹੈ, ਇਹਦੇ ਮੈਂਬਰ ਹਾਂ, ਪ੍ਰਬੰਧਕ ਹਾਂ, ਕੁਛ ਵੀ ਅਸੀਂ ਅਹੁਦੇਦਾਰ ਹਾਂ, ਤਾਂ ਕਿਤੇ ਭੁੱਲ ਕੇ ਵੀ ਆਪਣਾ ਨਾਮ ਤੇ ਆਪਣੀ ਫੋਟੋ ਨਹੀਂ ਹੋਣੀ ਚਾਹੀਦੀ। ਕਿਉਂਕਿ ਵਿਰੋਧੀ ਬੰਦੇ ਕੋਈ ਨਾ ਕੋਈ ਤਾਂ ਹੁੰਦਾ ਹੀ ਆ, ਫਿਰ ਉਹਦੇ ਮਨ ਦੇ ਵਿੱਚ ਦੁੱਖ ਲੱਗਦਾ ਹੈ। ਇਸ ਵਾਸਤੇ ਫੋਟੋ ਗੁਰੂ ਦੀ ਤੇ ਨਾਮ ਵਾਹਿਗੁਰੂ ਦਾ ਹੋਣਾ ਚਾਹੀਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 13 ਤੋਲਿਆ। ਜੇ ਅਸੀਂ ਹੁਣ ਆਪਣੀ ਫੋਟੋ ਲਾ ਲਈ, ਸਾਡੀ ਚੱਲਦੀ ਦੂਜੇ ਚੱਲੂਗੀ, ਉਹ ਸਾਡੇ ਨਾਲ ਆਪਣੇ ਲਾ ਲੂਗਾ। ਤੇ ਇਸ ਵਾਸਤੇ ਘਰ ਦੇ ਵਿੱਚ ਵੀ ਇੱਕ ਨੂੰ ਮੈਂ ਹੁਣੇ ਬੇਨਤੀ ਕੀਤੀ, ਨਵਾਂ ਘਰ ਬਣਾਇਆ ਪਿੰਡ ਮੋੜ, ਅੱਗੇ ਜੀ ਬੱਚੇ ਕਹਿੰਦੇ ਨੇ ਫੈਮਿਲੀ ਦੀ ਫੋਟੋ ਲਾਉਣੀ ਹੈ।
माफ करना, गल हासे वाली है, मखौल वाली है। किसी ने मेरी गाड़ी मित्रता उन्होंने फेसबुक से फोटो पाई फ्रेम वाली कोई पुरानी फोटो लभी, वो मन खुश हो गया भी बड़ी पुरानी फोटो मेरी। तो मैं थले देखा भी भोग किस दिन है। उन्हें मैं फोन किया नवी मैं खड़की करा जी कोई ड्यूटी बड़ी दस्यो, तो मैं क्या भी माफ़ी दिओ। वो कुदरती मन च आ गया भी जिस तरह चढ़ाई करने वाले जो चढ़ाई कर गया वो फ्रेम वाली फोटो बाहर से रख देते हैं। मतलब जी फोटो होती है वो तो मरिया नहीं लगती है, जिंदे बंदे की फोटो थोड़ी दिखा चलो ना बंदा पूछे। ये महाराज ने घर दिता है सोहना बनाया सानू बख्शिश की है, तो साढ़े घर के असीं तो जिंदे जागदे तुरे फिरदे हैं, सानू तो सारे वेखते हैं। फोटो होनी चाहिए 10 पातशाहियों की या सारे गुरुओं की लोनी सौखी नहीं है, अवेलेबल नहीं। तो फिर सचखंड हरमंदिर साहिब जी जोड़ा महाराज सच्चे पातशाह का स्थान है, तो मैं क्या बुढ़ी भैन ये घर के हरमंदिर साहिब जी गुरु नानक साहिब की फोटो लाओ भाई। फैमिली की फोटो का कहता अपनी फोटो आप ही वेखी जानी है, जो कोई चंगी गल थोड़ा। अपना नाम आप ही पढ़ी जाना, नाम होना चाहिए रब का वाहिगुरू का, घर के अगे फटी होए तो नेम प्लेट ना हो वाहिगुरू निवास संत निवास महाराज सच्चे पातशाह का नाम होना चाहिए जिन्हें सानू जन्म दिता। तो जो जन्मदिन मनाओ जोड़ा मैं विश करे मैं तो बड़ा गुस्सा चढ़ता कि दसो असी जन्मदिन की कटिया, इन्ने साल उम्र हो गई रब की प्रार्थना हुई कोई नहीं। वही गुस्सा है, वही वैर विरोध वाली भावना है, वही ईर्षा है। तो नितनेम ने वधिया नहीं, भजन बंदगी विश की होना, जन्मदिन की बधाई करनी लेनी है। सो जन्मदिन मनाओ बाबे हनुमान सिंह का, तो केक कट के ना मनाओ। स्वाद का भी सारे माल पढ़ना, तो अमृत वेले 2 बजे तो लैके 6 बजे तक भजन होए, अखंड कीर्तन तिन भोजन पूरा, कहो नानक देश सतगुर पूरा। कीर्तन होए सारिया संगतां वाहिगुरू वाहिगुरू करन। आ केकां वाली जी रोह देखी है तो गोरियां दी है, केक का विच तो आंडा पिया होना, किसी का की भरोसा भी उन्हें आंडा ना पाया हो, आंडे तो डर केक बनता ही नहीं। जिन्हों मर्जी पुछ के देख लो, जिन्ना मर्जी लोग झूठ बोलन भी चाह मलाई पई है जी दुध पिया, कुछ नहीं जी होंदा। लोग कमाई नहीं करनी, कमाई बड़ी था है। इस वास्ते ये तो गोरियां की मर्यादा केक को कटना। सच्चे पातशाह का जस होना चाहिए। गुरबाणी तिना गुरसिखा भाए भगत गुरपुरब करंदे, जोड़े गुरपुरब मनाने की मर्यादा है। गुरु का लंगर चले, महापुरखों की आज्ञा भी देसी घ्यो वाला बने। जिन्ना मर्जी कोई लंगर चलाए, ये गुरु घर की मर्यादा कथा कीर्तन होवे, भजन बंदगी होवे। क्यों शहीदां दे महापुरखों के गुरुओं के जन्म दिहाड़े अवतार पुरब ते ज्योति जोत समाउण पुरब बरसियां मनाइया जाण। असीं अपने बच्चों की बजाय छोटे साहिबजादियों का शहीदी पुरब मनाइए, साहिबजादियों के जन्मदिन का अखंड पाठ पढ़ाइए, क्योंकि उन्हें कुर्बानी की आप की सवाल वो सवाल है कौन का। तो ना तो साड़ी फोटो लगनी चाहिए कितने भी, बिल्कुल गलत गल है, मैं इसका सख्त विरोधी हूँ। ना साढ़ा कितने नाम होना चाहिए, नाम होवे वाहिगुरू का, फोटो होवे गुरु नानक साहब की, के ऊपर लिखा होवे कि धन गुरु नानक साहब तू धन कितने 13 बोलिया गुरुद्वारा हट साहब सुल्तानपुर लोधी, तो फिर भी मान नहीं किया। वाहिगुरू के नाम से 13 कितने भी गुरु ग्रंथ साहब की बाणी के गुरुओं ने अपना नाम नहीं लिखा। श्री गुरु नानक देव जी की मोहर हो रही है। सच्चे पातशाह जी ने बड़ी नम्रता नानक जी
ਨਿਮਰਤਾ ਵਾਲੇ ਅੱਖਰ ਵਰਤੇ ਹਨ। ਇਹ ਜਿਹੜੀ ਸਿਆਣਪ ਦੀ ਬੁੱਧੀ ਹੈ, ਜਿਹੜਾ ਹੰਕਾਰ ਹੈ, ਇਹੀ ਸਾਨੂੰ ਲੈ ਕੇ ਬੈਠ ਗਿਆ। ਜੇ ਹੰਕਾਰ ਨਾ ਹੋਵੇ ਤਾਂ ਰੱਬ ਢੱਕ ਮਿਲਦਾ, ਜਿੰਨੀ ਸੇਵਾ ਹੁੰਦੀ, ਜਿੰਨਾ ਪਰਉਪਕਾਰ ਹੁੰਦਾ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮੈਂ ਗੱਲ ਕਰ ਰਿਹਾ ਸੀ ਸਾਈਕਲਾਂ ਦੇ, ਸੋ ਆਪਣਾ ਨਾਮ, ਰਾਸ਼ਨ ਕਾਰਡਾਂ ਦੇ ਆਪਣਾ ਨਾਮ, ਕੋਈ ਵੀ ਚੀਜ਼ ਵੰਡਣੀ ਆ, ਅੰਨ ਦਾਣਾ ਵੰਡਿਆ ਗਿਆ, ਪੈਕਟ, ਉਹਨਾਂ ਦੇ ਉੱਪਰ ਆਪਣੀ ਫੋਟੋ, ਆਪਣਾ ਨਾਮ। ਇਹੀ ਸਿਆਣਪ ਹੈ ਜਿਹੜੀ ਪ੍ਰਭੂ ਦੀ ਪ੍ਰਾਪਤੀ ਵਿੱਚ ਵਿਘਨ ਪਾਉਂਦੀ ਹੈ। ਸੋ ਵੇਖੋ ਵਾਹਿਗੁਰੂ ਕਿੰਨਾ ਬੇਅੰਤ ਹੈ। ਤੁਸੀਂ ਪਰਮਾਤਮਾ ਬਾਰੇ ਵੇਖੋ, ਕਿਉਂਕਿ ਕਥਾ ਵਾਹਿਗੁਰੂ ਜੀ ਦੀ ਹੈ। ਰੱਬ ਨੇ ਅੱਜ ਤੱਕ ਕਦੀ ਵੀ ਕਿਸੇ ਨੂੰ ਨਹੀਂ ਆ ਕੇ ਦੱਸਿਆ ਕਿ ਭਾਈ ਮੈਂ ਤੁਹਾਨੂੰ ਦਿੰਦਾ ਹਾਂ। ਹਾਲਾਂਕਿ ਸਾਡਾ ਜਨਮ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ, ਸਾਰਿਆਂ ਦੇ ਮੂੰਹ ਵਿੱਚ ਉਹੀ ਪਾਉਂਦਾ ਹੈ, ਉਹੀ ਸਾਡੇ ਘਰਾਂ ਦੇ ਵਿੱਚ ਬਚਾਉਂਦਾ। ਪਰ ਅੱਜ ਤੱਕ ਉਹਨੇ ਕਦੀ ਵੀ ਸਾਨੂੰ ਆ ਕੇ ਹੰਕਾਰ ਨਹੀਂ ਦਿਖਾਇਆ ਕਿ ਤੁਹਾਨੂੰ ਮੈਂ ਦਿੱਤਾ ਜਾਂ ਮੈਂ ਤੁਹਾਡੀ ਮਦਦ ਕੀਤੀ। ਪਰਮਾਤਮਾ ਇਤਨਾ ਬੇਅੰਤ ਹੈ ਕਿ ਉਹ ਗੁਪਤ ਅਤੇ ਉਹਲੇ ਰਹਿ ਕੇ ਕਿਸੇ ਦਾ ਨਾਮ ਲਾ ਦਿੰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਮੁਬਾਰਕ ਤੁਮਰੇ ਤਾਜੇ। ਪਾਸਾ ਨੇ ਆਪਣੀ ਬੁੱਧੀ ਦੀ ਚਤੁਰਾਈ ਨੂੰ ਤਿਆਗ ਦਿੱਤਾ ਤੇ ਚਿੱਤ ਦੀ ਬਿਗੜ ਕਰਨ ਵਾਲੀ ਹਾਲਤ, ਚਿੰਤਾ ਵੀ ਵਿਸਾਰ ਦਿੱਤੀ ਹੈ। ਅਤੇ ਜਿਹੜਾ ਹੰਕਾਰ, ਅੱਜ ਉਹ ਹੰਕਾਰ ਨਾ ਪਾਵੇ, ਇਹ ਹੰਕਾਰ ਨਾਲ ਵੀ ਕਿਆ ਕਰ ਸਕਣਾ ਹੈ। ਪ੍ਰਮਾਣ ਕਰਦੇ ਹਨ, ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨੰਦਾ ਮੁਕਤੇ ਨਹੀਂ ਛੁਟੀ, ਨਿਫਲ ਪਈ ਸਭ ਸੇਵਾ। ਸੇਵਾ ਕੀਤੀ, ਜੇ ਪਰਚੇ ਦੇ ਨਾਮ ਲਿਖਾਤਾ ਵੀ ਫਲਾਣੇ ਨੇ ਸੇਵਾ ਕਰਾਈ, ਅਲਮਾਰੀ ਦੇ ਨਾਮ ਲਿਖਾਤਾ ਫਲਾਣੇ ਨੇ ਸੇਵਾ ਕਰਾਈ, ਨਿਸ਼ਾਨ ਸਾਹਿਬ ਦੇ ਪੱਥਰ ਪਵਾਤਾ ਕਿ ਫਲਾਣੇ ਨੇ ਸੇਵਾ ਕਰਾਈ। ਮੈਨੂੰ ਤਾਂ ਬਹੁਤ ਜ਼ਿਆਦਾ ਖੇਡ ਮੱਚ ਗਈ, ਇੰਨਾ ਗੁੱਸਾ ਚੜ੍ਹਦਾ ਵੀ ਬੰਦਾ ਸਾਹਮਣੇ ਹੋਏ। ਉਹਦੇ ਕੰਨ ਮਰੋੜ ਕੇ ਉਹ ਬੱਚੇ ਵੀ ਭਰਿਆ ਮਾਨਸਾ, ਜੇ ਤੇਰੇ ਘਰ ਮੈਂ ਆਪਣਾ ਨਾਮ ਲਿਖ ਦਿਆਂ ਜਾ ਕੇ, ਤੇ ਵੇਖਣ ਵਾਲਾ ਕੀ ਸੋਚੂਗਾ ਕਿ ਬੰਦੇ ਕੋਲ ਪੈਸਾ ਨਹੀਂ ਹੈ, ਇਹ ਮੰਗ ਕੇ ਖਾਂਦਾ, ਲੋਕਾਂ ਕੋਲ ਚੀਜ਼ਾਂ ਲੈਂਦਾ। ਸਾਡੇ ਮਾਂ ਪਿਓ ਨੇ ਸਾਨੂੰ ਇੱਕੋ ਗੱਲ ਸਮਝਾਈ ਹੈ ਵੀ ਕਿਸੇ ਤੋਂ ਮੰਗਣਾ ਨਹੀਂ। ਕੋਈ ਨੂੰ ਇੰਨੀ ਕੁੱਟ ਮਾਰ ਗਈ ਕਿ ਉਹਨੇ ਪੈਸਾ ਕਿਉਂ ਮੰਗਿਆ। ਮੰਗਣਾ ਤਾਂ ਜ਼ਹਿਰ ਹੈ। ਅਗਲਾ ਕਹੂਗਾ ਵੀ ਇਹਨੇ ਮੇਰੇ ਕੋਲ ਲਿਆ। ਤੁਸੀਂ ਦੱਸੋ ਵੀ ਜਿਹੜਾ ਗੁਰੂ ਨਾਨਕ ਸਾਹਿਬ ਸਾਡੀਆਂ ਅਰਦਾਸਾਂ ਬੇਨਤੀਆਂ ਸੁਣ ਕੇ ਸਾਨੂੰ ਇੰਨਾ ਅਮੀਰ ਬਣਾ ਦਿੰਦਾ ਹੈ ਕਿ ਜੇ ਉਹਦੇ ਦਿੱਤੇ ਵਿੱਚ ਆਪਾਂ ਗੁਰੂ ਘਰ ਕੋਈ ਚੀਜ਼ ਚੜਾਈਏ, ਉੱਥੇ ਥੋੜ੍ਹਾ ਵੀ ਸਾਡਾ ਨਾਂ ਹੀ ਲਿਖ ਦਿਓ। ਤੇ ਇੰਨਾ ਗੁੱਸਾ ਕਰਨਗੇ, ਸਾਡੀ ਤਾਂ ਅਨਾਉਂਸਮੈਂਟ ਨਹੀਂ ਹੋਈ, ਸਾਡਾ ਨਾਂ ਨਹੀਂ ਬੋਲਿਆ। ਦੱਸੋ ਕਿੰਨੀ ਕੁ ਵੱਡੀ ਬਾਤ ਹੈ। ਇਸ ਵਾਸਤੇ ਪੱਖੀਆਂ ਦੇ, ਅਲਮਾਰੀਆਂ 'ਤੇ, ਗੁਰਦੁਆਰੇ ਦੀਆਂ ਪੱਥਰਾਂ ਦੀਆਂ ਸਿਲਾਂ 'ਤੇ ਸਾਡਾ ਨਾਮ ਨਹੀਂ, ਬਲਕਿ ਮਹਾਰਾਜ ਦੇ ਨਾਮ ਦੀ ਅਰਦਾਸ ਹੋਵੇ। ਕਈਆਂ ਨੇ ਬੋਰਡ 'ਤੇ ਲਿਖਿਆ ਹੁੰਦਾ, ਇਹਨੇ ਲੱਖ ਦਿੱਤਾ, ਇਹਨੇ 2 ਦਿੱਤਾ, ਉਹਨਾਂ ਨੂੰ ਫਿਰ ਮੈਂਬਰ ਬਣਾ ਦਿੰਦੇ ਨੇ ਕਿ ਫਲਾਣੇ ਨੇ ਪੈਸਾ ਦਿੱਤਾ, ਇਹਨੂੰ ਮੈਂਬਰ ਬਣਾ ਦਿਓ ਜੀ, ਇੰਨੇ ਪੈਸੇ ਦਿਓ ਅਤੇ ਮੈਂਬਰ ਬਣ ਜਾਓ। ਸਤਿਗੁਰੂ ਮਹਾਰਾਜ ਰਹਿਮਤ ਕਰਨ ਹੋਵੇ, ਜੇ ਸਾਡੇ ਵਰਗੇ ਕੋਲ ਪੈਸਾ ਨਹੀਂ ਹੈ ਅਤੇ ਵਿੱਤ ਕੱਢਦੀ ਕਲਾ, ਇਹ ਤਾਂ ਭਗਵਾਨ ਵਾਹਿਗੁਰੂ ਤਾਂ ਅਮੀਰਾਂ ਦਾ ਹੀ ਹੋ ਗਿਆ, ਪੈਸੇ ਵਾਲਿਆਂ ਦਾ ਹੀ ਹੋ ਗਿਆ। ਇਸ ਲਈ ਇਹ ਹੰਤਾ ਦੀ ਬੁੱਧੀ ਮਹਾਰਾਜ ਦੀ ਪ੍ਰਾਪਤੀ ਵਿਗੜ ਪਾਉਂਦੀ ਹੈ। ਇਹ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ। ਜੋ ਦੇਖਾਓ ਤਾਂ ਸਗਲ ਮੋਹਿ ਮੋਹੀਆ। ਜਦ ਅਸੀਂ ਸ੍ਰਿਸ਼ਟੀ ਵੱਲ ਵੇਖਿਆ ਤਾਂ ਪ੍ਰਤੀਤ ਹੋ ਗਿਆ ਕਿ ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਦੇ ਵਿੱਚ ਮੁਕਤ ਹੋਈ ਪਈ ਹੈ। ਤੋ ਸਰਣ ਪਰਿਓ ਗੁਰ ਭਾਗਾ। ਅਸੀਂ ਭੱਜ ਕੇ ਸੰਸਾਰ ਦੀ ਤਰਫ ਤੋਂ ਸਤਿਗੁਰਾਂ ਦੀ ਓਟ ਦੇ ਵਿੱਚ ਪੈ ਗਏ ਹਾਂ। ਸਾਨੂੰ ਆਪਣੇ ਸਰੀਰਾਂ ਦਾ ਹੀ, ਆਪਣੇ ਨਾਮ ਦਾ ਹੀ ਮੋਹ ਮਾਰ ਛੱਡਿਆ, ਇਹੀ ਨਹੀਂ ਸਾਨੂੰ ਛੱਡਦਾ। ਇਸ ਵਾਸਤੇ ਇਹ ਮਹਾਰਾਜ ਸੋ ਬਿਨ ਸੈ ਮੋਹ ਮੇਰਾ ਹਰ ਤੇਰਾ,
बिरसै अपनी तारी संतो इह बतावो कारी जित होमै गर्भ निवारी आम जो दो मोहंकार ये बीमारियां साडे को दूर कर दिओ जी। ਕਰ ਕਿਰਪਾ ਟਹਿਲ ਹਰ ਲਾਇਓ शब्द ਵਿੱਚ ਭੱਜ ਕੇ ਪੈ ਗਿਆ ਹੈ। ਜਦ ਮੈਨੂੰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਹਰੀ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਦੇ ਵਿੱਚ ਲਾ ਦਿੱਤਾ। ਤਉ ਜਮ ਛੋਡੀ ਮੋਰੀ ਲਾਗ ਮਾਤਰਾ ਦਾ ਦੁਸ਼ਮਣ ਬਣਿਆ ਹੋਇਆ ਜਿਹੜਾ ਜਮ ਸੀਗਾ ਉਹਨੇ ਮੇਰਾ ਲਾਗ ਪਿੱਛਾ ਕਰਨਾ ਹੀ ਛੱਡ ਦਿੱਤਾ। ਉਹਨੇ ਮੇਰਾ ਖਹਿੜਾ ਤਿਆਗ ਦਿੱਤਾ। ਉਹਨੂੰ ਪਤਾ ਲੱਗ ਗਿਆ ਕਿ ਇਹ ਤਾਂ ਹੁਣ ਗੁਰੂ ਦਾ ਸਿੱਖ ਬਣ ਗਿਆ, ਇਹਦੇ ਦੀ ਮੇਰਾ ਵਾਸਾ ਨਹੀਂ ਕਰਨਾ। ਗੁਰੂ ਸਾਹਿਬ ਦੀ ਆਗਿਆ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਦੀ ਨਾ ਹੋ ਨਾਮ ਦਾ ਸੁਖ ਨਿਕਲ ਨਾ ਜਾਈਓ ਜੋਤ। ਐ ਜਨ ਤੋਂ ਜਿੱਥੇ ਸਾਧੂ ਬੈਠੇ ਹੋਣ ਗੋਬਿੰਦ ਦਾ ਭਜਨ ਕਰਦੇ ਹੋਣ ਤੁਸੀਂ ਉਹਨਾਂ ਦੇ ਨੇੜੇ ਨਹੀਂ ਜਾਣਾ। ਜੇ ਚਲੇ ਗਏ ਤਾਂ ਨਾਮ ਰਗਵੀ ਦਰਗਾਹ 'ਚ ਵਜਾ ਮੈਂ ਸੁਟਾਂਗਾ, ਨਾ ਤੁਸੀਂ ਸੁਟੋਗੇ ਤੇ ਮੈਂ ਸੁਟੇ ਨਾ ਹੀ ਸਾਡੀ ਜੰਗਰੀ ਸੁਟੇਗੀ। ਇਸ ਲਈ ਸੋ ਜਿਹੜਾ ਨਾਮ ਸੁਣ ਕੇ ਜਮ ਨੂਤ ਦੂਰੋਂ ਹੀ ਭੱਜ ਜਾਂਦਾ ਹੈ। ਤਾਰਿਓ ਸਾਗਰ ਪਾਵਕ ਕੋ ਜਿਹੜਾ ਸੰਸਾਰ ਸਮੁੰਦਰ ਦੀ ਤਰ੍ਹਾਂ ਹੈ, ਜਿਹੜਾ ਸਮੁੰਦਰ ਵੀ ਅੱਗ ਦਾ ਹੈ। ਜਿਵੇਂ ਪ੍ਰਤੱਖ ਸਮੁੰਦਰ ਦੇ ਵਿੱਚ ਨਦੀਆਂ ਮਿਲਦੀਆਂ ਨੇ, ਇੰਝ ਸੰਸਾਰ ਅੱਗ ਦੇ ਸਮੁੰਦਰ ਵਿੱਚ ਚਾਰ ਅੱਗ ਦੀਆਂ ਨਦੀਆਂ ਮਿਲ ਰਹੀਆਂ ਨੇ। ਉਹ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹਿੰਸਾ ਦੀ ਨਦੀ ਹੈ, ਲੋਭ ਲਾਲਚ ਦੀ ਨਦੀ ਹੈ, ਕ੍ਰੋਧ ਦੀ ਨਦੀ ਹੈ ਤੇ ਮੋਹ ਦੀ ਨਦੀ ਹੈ। ਇਹ ਸੰਸਾਰ ਅੱਗ ਦਾ ਸਮੁੰਦਰ ਹੈ। जैसी अग्नि में ऐसी बाहर माया। माया रूपी अग पड़ पड़ करके मच रही है। पड़ पड़ अग्नि सागर की लहरी पड़ बजे मनुख ताहा है। ये मनुख गति वाले पै के मर रहे हैं। पर नदियों दी चट्टानां ने आम रोज रोटी वाले माशा हैं। सो असी संसार समुद्र की अग तो तर गए, बाहर निकल गए। ਜੋ ਸੰਤ ਪੇਟੇ ਵਡ ਭਾਗ ਜਦ ਵੱਡੇ ਭਾਗਾਂ ਕਰਕੇ ਸਾਨੂੰ ਸ਼ਾਨ ਆਤਮਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਲੇ ਤਾਂ ਸੰਸਾਰ ਸਮੁੰਦਰ ਕਾਲ ਦੀ ਅੱਗ ਨੂੰ ਸਾਡਾ ਬਚਾਅ ਹੋ ਗਿਆ। ਜਨ ਨਾਨਕ ਸਰਬ ਸੁਖ ਪਾਏ। ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਅਸੀਂ ਦਾਸਾ ਦੇ ਧਰਮ ਅਰਥ ਕਾਮ ਮੋਹ ਖਾਦਕ ਸਾਰੇ ਸੁਖ ਪਾ ਲਏ ਹਨ। ਭਾਈ ਰੇ ਸੁਖ ਸਾਧ ਸੰਗ ਪਾਇਆ। ਮੋਰ ਹਰ ਚਰਣੀ ਚਿਤ ਲਾਗ ਸਾਡਾ ਜਿਹੜਾ ਚਿੱਤ ਹੈ ਪਰਮੇਸ਼ਰ ਦੇ ਪਵਿੱਤਰ ਚਰਨ ਜਪਣ ਦੇ ਨਾਲ ਲੱਗ ਗਿਆ। ਕਿਰਜਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਮਨ ਉਪਾਰ ਤਾਂ ਮੇਰਾ ਚਿੱਤ ਸ਼ਾਂਤ ਹੋ ਗਿਆ। ਸਾਰੇ ਸੁੱਖ ਵਾਹਿਗੁਰੂ ਜੀ ਦੇ ਚਰਨ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗਣ ਤੋਂ ਪ੍ਰਾਪਤ ਹੋ ਗਏ। ਸਤਿਗੁਰੂ ਕੇ ਚਰਨ ਧੋਏ ਤੇ ਪੀਵਾ ਗੁਰੂ ਨਾਨਕ ਜਪ ਜਪ ਸਤ ਜੀਵਾ। ਇਸੇ ਲਈ ਲਿਖਿਆ ਹੈ ਮਹਾਰਾਜ ਦੇ ਚਰਨ ਗੁਰਬਾਣੀ ਰੂਪ ਜਾਂ ਕਲਗੀਧਰ ਦੇ ਬਚਨ ਨੇ ਚਿੱਤ ਚਰਨ ਨਾਮ ਰੂਪੀ ਚਰਨ ਜਦ ਹਿਰਦੇ ਵਿੱਚ ਵਸ ਗਏ ਤਾਂ ਉਸੇ ਵਕਤ ਸਾਡਾ ਮਨ ਇਕਾਗਰਤਾ ਵਿੱਚ ਆ ਗਿਆ। ਇਕਾਗਰਤਾ ਵਿੱਚ ਹੀ ਸਾਰੇ ਸੁੱਖ ਹਨ। ਇਸ ਲਈ ਸ਼ਲੋਕ ਮਹਲਾ ਤੀਜਾ ਇਹ ਮਨ ਹਰਿ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਹਲਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋੜਾਏ। ਇੱਥੇ ਹੀ ਸਮਾਪਤੀ ਹੈ ਜੀ। ਭੁੱਲਾਂ ਦੀ ਕਿਰਪਾ ਕਰਕੇ ਮਾਫ ਕਰ ਦੇਣੀਆਂ। ਉਪਦੇਸ਼ ਗੁਰੂ ਕਾ ਸੰਗ ਕੇ ਧਾਰਨ ਕਰਨਾ। ਆਓ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਜਿਸ ਕਰਕੇ ਸਾਡਾ ਵੀ ਭਲਾ ਹੋਵੇ ਜੀ। ਤਾਰਿਓ ਸਾਗਰ ਪਾਵਕ ਕੋ ਜੋ ਸੰਤ ਬੇਟੇ ਵਡ ਭਾਗ। ਜਨ ਨਾਨਕ ਸਰਬ ਸੁਖ ਪਾਏ। ਮੋਰ ਹਰ ਚਰਣੀ ਚਿਤ ਲਾਗ। ਵਾਹਿਗੁਰੂ ਜੀ
जी का खालसा वाहिगुरु जी की फतेह। राम कली महत्व दीक्षा